ਕੋਵਿਡ ਦੇ ਵਿੱਚ ਇੱਕ ਐਸਾ ਸਿਸਟਮ ਡਿਵੈਲਪ ਹੋ ਗਿਆ ਸੀ ਕਿ ਬੱਚਿਆਂ ਨੇ ਰੀਡਿੰਗ, ਰਾਈਟਿੰਗ, ਹਾਰਡ ਵਰਕ ਕਰਨਾ ਸ਼ਾਇਦ ਭੁੱਲ ਗਏ। ਉਸ ਤੋਂ ਬਾਅਦ ਦੁਬਾਰਾ ਜਦੋਂ ਬੋਰਡ ਐਗਜ਼ਾਮਸ ਫੇਸ ਕੀਤੇ, ਇਟ ਹੈਜ਼ ਬੀਨ ਅ ਚੈਲੰਜ ਬੱਚਿਆਂ ਲਈ ਨਹੀਂ, ਟੀਚਰਸ ਲਈ, ਆਰਗੇਨਾਈਜੇਸ਼ਨਸ ਲਈ, ਇੰਸਟੀਟਿਊਟਸ ਲਈ, ਸਾਰਿਆਂ ਲਈ। ਸੋ ਇੱਕ ਡਰ ਬਣਨਾ, ਸਾਰਾ ਸਿਲੇਬਸ ਇਕੱਠਾ ਰਿਵਾਈਜ਼ ਕਰਨਾ, ਉਹਨੂੰ ਪਰਫਾਰਮ ਕਰਨਾ ਸਭ ਲਈ ਮੁਸ਼ਕਿਲ ਹੈ। ਇੱਕ ਐਗਜ਼ਾਮ 'ਚ ਫੇਲ ਹੋਣਾ ਜਾਂ ਉਹਦੇ 'ਚ ਘੱਟ ਮਾਰਕਸ ਆਉਣਾ, ਇਟ ਇਜ਼ ਨੋਟ ਦੀ ਐਂਡ ਆਫ ਦ ਵਰਲਡ। ਦੇਰ ਆਰ ਮੈਨੀ ਥਿੰਗਸ ਦੈਟ ਵੀ ਕੈਨ ਡੂ। ਅਤੇ ਇਸੇ ਲਈ ਜ਼ਰੂਰੀ ਹੈ ਕਿ ਅਸੀਂ ਫਰੋਮ ਦ ਵੈਰੀ ਬਿਗਨਿੰਗ ਸਾਡੇ ਬੱਚਿਆਂ ਨੂੰ ਸਿਖਾਈਏ ਆਪਣੇ ਇਮੋਸ਼ਨਸ ਦੇ ਬਾਰੇ ਅਵੇਅਰ ਹੋਣਾ, ਸਟਰੈਸ ਨੂੰ ਫੇਸ ਕਰਨਾ, ਫੇਲੀਅਰ ਨੂੰ ਕੋਪ ਅਪ ਕਰਨਾ ਔਰ ਮੈਂਟਲ ਹੈਲਥ ਨੂੰ ਹੋਰ ਸਟਰੈਂਥਨ ਕਰਨਾ। ਇਸ ਤਰੀਕੇ ਦੇ ਰਿਸੋਰਸਿਸ ਨੂੰ ਕ੍ਰੀਏਟ ਕਰੀਏ ਕਿ ਕਾਉਂਸਲਿੰਗ ਸੈਂਟਰਸ ਵॉकिंग टॉकिंग ਹੋਣ, ਜੋ ਆਟੋਮੈਟਿਕਲੀ ਹਰ ਹਫਤੇ, ਹਰ 10 ਦਿਨ, ਹਰ 15 ਦਿਨ ਦੇ ਬਾਅਦ ਸੈਂਸਿਟਾਈਜੇਸ਼ਨ ਦੇ ਲੈਕਚਰਸ ਜਾਂ ਇਸ ਤਰੀਕੇ ਦੇ ਟਾਕ ਸ਼ੋਜ਼, ਰੋਲ ਪਲੇਜ਼, ਸਕਿਟਸ, ਡਿਬੇਟਸ ਆਰਗੇਨਾਈਜ਼ ਕਰਨ ਤਾਂ ਕਿ ਉਹਦੇ 'ਚ ਹਰ ਬੱਚਾ ਪਾਰਟਿਸਿਪੇਟ ਕਰੇ, ਨਾ ਕਿ ਹਰ ਬੱਚਾ, ਬਟ ਆਈ ਆਲਸੋ ਬਿਲੀਵ ਕਿ ਫੈਕਲਟੀ ਵੀ ਪਾਰਟਿਸਿਪੇਟ ਕਰੇ। ਅਗਰ ਲਗਾਤਾਰ ਕੋਈ ਬੱਚਾ 2 ਹਫ਼ਤੇ ਤੋਂ ਜ਼ਿਆਦਾ ਉਦਾਸ ਹੈ ਔਰ ਉਹ ਆਪਣੇ ਪੇਰੈਂਟਸ ਦੇ ਨਾਲ, ਫੈਮਿਲੀ ਦੇ ਨਾਲ ਕੋਈ ਗੱਲ ਨਹੀਂ ਕਰ ਰਿਹਾ, ਚੁੱਪ ਰਹਿ ਰਿਹਾ ਹੈ, ਕਿਸੇ ਨੂੰ ਬੁਲਾ ਨਹੀਂ ਰਿਹਾ, ਜਾਂ ਸੋਸ਼ਲ ਮੀਡੀਆ ਦੇ ਵਿੱਚ ਜੋ WhatsApp ਗਰੁੱਪਸ ਨੇ ਜਾਂ Instagram ਪ੍ਰੋਫਾਈਲਸ ਨੇ ਉਹ ਡਿਲੀਟ ਕਰ ਦਿੱਤੀਆਂ, ਬਲੌਕ ਕਰ ਦਿੱਤੀਆਂ, ਜਾਂ ਸਟੇਟਸ ਇਹੋ ਜਿਹੇ ਪਾਣੇ ਸ਼ੁਰੂ ਕਰ ਦਿੱਤੇ ਜਿਹਦੇ ਨਾਲ ਸੈਡਨੈਸ ਡਿਪਿਕਟ ਹੋ ਰਹੀ ਹੈ, ਇਹ ਕਲੀਅਰ ਵਾਰਨਿੰਗ ਸਾਈਨਸ ਨੇ। ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ ਰਿਸ਼ਭ ਚਾਵਲਾ ਅਤੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਨਿਊਜ਼। ਅੱਜ ਸਾਡੇ ਨਾਲ ਮੌਜੂਦ ਨੇ ਲੁਧਿਆਣੇ ਦੇ ਮਸ਼ਹੂਰ ਚਾਈਲਡ ਤੇ ਐਡੋਲੈਸੈਂਟ ਸਾਈਕਾਈਟਰਿਸਟ ਡਾਕਟਰ ਪ੍ਰਿਯੰਕਾ ਕਾਲੜਾ। ਹੈਲੋ ਮੈਮ। ਥੈਂਕ ਯੂ ਲੁਧਿਆਣਾ ਲਾਈਵ ਮੈਨੂੰ ਇਨਵਾਈਟ ਕਰਨ ਲਈ ਇਸ ਪਲੇਟਫਾਰਮ ਤੇ ਔਰ ਇਸ ਇੰਪੋਰਟੈਂਟ ਟੌਪਿਕ ਤੇ ਡਿਸਕਸ਼ਨ ਲਈ। ਡਾਕਟਰ ਸਾਹਿਬ, ਜੇ ਗੱਲ ਕੀਤੀ ਜਾਵੇ ਪੂਰੇ ਮੁਲਕ ਵਿੱਚ ਵੱਖ-ਵੱਖ ਸਟੇਟ ਬੋਰਡ ਦੇ ਵੱਖ-ਵੱਖ ਕਲਾਸਿਸ ਦੇ ਰਿਜ਼ਲਟ ਅਨਾਉਂਸ ਹੋ ਰਹੇ ਨੇ, ਹਰ ਬੱਚੇ ਵਿੱਚ ਐਕਸਾਈਟਮੈਂਟ ਆਪਣੇ ਰਿਜ਼ਲਟ ਨੂੰ ਲੈ ਕੇ, ਪਰ ਐਕਸਾਈਟਮੈਂਟ ਦੇ ਨਾਲ ਕੁਝ ਬੱਚੇ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਇੱਕ ਡਰ ਲੱਗਾ ਰਹਿੰਦਾ ਹੈ ਕਿ ਮੈਂ ਪਾਸ ਹੋਊਂਗਾ ਨਹੀਂ ਹੋਊਂਗਾ, ਜਿਹਨੂੰ ਆਪਾਂ ਕਹਿੰਦੇ ਇੱਕ ਮੈਂਟਲ ਪ੍ਰੈਸ਼ਰ ਲੱਗਾ ਰਹਿੰਦਾ। NCRB ਦੀ ਇੱਕ ਰਿਪੋਰਟ ਕਹਿੰਦੀ ਹੈ ਕਿ 2021 ਵਿੱਚ 13,000 ਬੱਚਿਆਂ ਨੇ ਸੁਸਾਈਡ ਅਟੈਂਪਟ ਕੀਤੀ ਹੈ, ਜੋ ਬਹੁਤ ਇੱਕ ਵੱਡਾ ਨੰਬਰ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਪਿੱਛੇ ਕੀ ਕਾਰਨ ਹੈ, ਕਿਹੜੀ ਚੀਜ਼ ਹੈ ਉਹਨੂੰ ਜਿਹੜੀ ਟ੍ਰਿਗਰ ਕਰਦੀ ਹੈ ਕਿ ਉਹਨਾਂ ਨੂੰ ਇੱਦਾਂ ਦਾ ਹਾਰਸ਼ ਸਟੈਪ ਚੁੱਕਣਾ ਪੈਂਦਾ? ਇਹ ਬਹੁਤ ਇੰਪੋਰਟੈਂਟ ਸਵਾਲ ਹੈ। ਸਾਡੇ ਕਲੀਨਿਕ ਦੇ ਵਿੱਚ ਜਦੋਂ ਬੱਚੇ ਆਉਂਦੇ ਹੈ ਐਗਜ਼ਾਮ ਤੋਂ ਪਹਿਲੇ ਵੀ ਸਟਰੈਸ ਦੇ ਨਾਲ ਆਉਂਦੇ, ਤਾਂ ਉਹਨਾਂ ਦੇ ਅਸੀਂ ਨਾਲ ਦੀ ਨਾਲ ਪੇਰੈਂਟਸ ਨੂੰ ਸੈਂਸਿਟਾਈਜ਼ ਕਰ ਦਿੰਦੇ ਹਾਂ ਕਿ ਇਹਨਾਂ ਦੀਆਂ ਪ੍ਰੋਬਲਮਸ ਨੂੰ ਤੁਸੀਂ ਮਿਨੀਮਾਈਜ਼ ਨਾ ਕਰੋ, ਇਹ ਪ੍ਰੋਬਲਮਸ ਨੂੰ ਐਡਰੈਸ ਕਰੋ। ਜੇ ਉਹ ਆਪਣੀ ਸਟੱਡੀਜ਼ ਦੇ ਵਿੱਚ ਸਟਰੈਸ ਫੇਸ ਕਰ ਰਹੇ ਨੇ ਜਾਂ ਪੜ੍ਹਨ ਦੇ ਵਿੱਚ ਉਹਨਾਂ ਨੂੰ ਦਿੱਕਤ ਆ ਰਹੀ ਹੈ ਜਾਂ ਉਹਨਾਂ ਨੂੰ ਰਿਜ਼ਲਟ ਦੀ ਚਿੰਤਾ ਹੈ, ਤਾਂ ਉਹਨਾਂ ਦੇ ਨਾਲ ਬੈਠ ਕੇ ਗੱਲ ਕਰੋ ਕਿ ਉਹ ਪ੍ਰੋਬਲਮਸ ਨੂੰ ਕਿਵੇਂ ਹੈਂਡਲ ਕਰ ਸਕਦੇ ਹੈ। ਜੋ ਬੱਚੇ ਇਸ ਟਾਈਮ 'ਤੇ ਸਟਰੈਸ ਫੇਸ ਕਰ ਰਹੇ ਨੇ, ਇਹ ਬੱਚਿਆਂ ਦੀ ਇੱਕ ਸਪੈਸ਼ਲ ਖਾਸੀਅਤ ਇਹ ਹੈ ਕਿ ਇਹ ਕੋਵਿਡ ਤੋਂ ਬਾਅਦ ਪੜ੍ਹਾਈ ਕਰਨੀ ਇਹਨਾਂ ਨੇ ਦੁਬਾਰਾ ਸ਼ੁਰੂ ਕੀਤੀ ਹੈ। ਕੋਵਿਡ ਦੇ ਵਿੱਚ ਇੱਕ ਐਸਾ ਸਿਸਟਮ ਡਿਵੈਲਪ ਹੋ ਗਿਆ ਸੀ ਕਿ ਬੱਚਿਆਂ ਨੇ ਰੀਡਿੰਗ, ਰਾਈਟਿੰਗ, ਹਾਰਡ ਵਰਕ ਕਰਨਾ ਸ਼ਾਇਦ ਭੁੱਲ ਗਏ। ਉਸ ਤੋਂ ਬਾਅਦ ਦੁਬਾਰਾ ਜਦੋਂ ਬੋਰਡ ਐਗਜ਼ਾਮਸ ਫੇਸ ਕੀਤੇ, ਇਟ ਹੈਜ਼ ਬੀਨ ਅ ਚੈਲੰਜ ਬੱਚਿਆਂ ਲਈ ਨਹੀਂ, ਟੀਚਰਸ ਲਈ, ਆਰਗੇਨਾਈਜੇਸ਼ਨਸ ਲਈ, ਇੰਸਟੀਟਿਊਟਸ ਲਈ, ਸਾਰਿਆਂ ਲਈ। ਸੋ ਇੱਕ ਡਰ ਬਣਨਾ, ਸਾਰਾ ਸਿਲੇਬਸ ਇਕੱਠਾ ਰਿਵਾਈਜ਼ ਕਰਨਾ, ਉਹਨੂੰ ਪਰਫਾਰਮ ਕਰਨਾ ਸਭ ਲਈ ਮੁਸ਼ਕਿਲ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਥੋੜ੍ਹਾ ਜਿਹਾ ਬੱਚਿਆਂ ਦੀ ਪ੍ਰੋਬਲਮਸ ਦੀ ਤਰਫ ਸੈਂਸਿਟਿਵ ਹੋਈਏ। ਜੋ ਚੀਜ਼ਾਂ ਉਹਨਾਂ ਨੂੰ ਨਹੀਂ ਆਉਂਦੀਆਂ, ਨਾਟ ਜਸਟ ਐਕੈਡਮਿਕਸ, ਪਰ ਮੈਂਟਲ ਹੈਲਥ ਵਾਈਜ਼ ਕੋਪਿੰਗ ਸਕਿੱਲਸ ਅਗਰ ਉਹਨਾਂ ਦੀਆਂ ਪੂਅਰ ਨੇ, ਜੇ ਉਹਨਾਂ ਨੂੰ ਸਟਰੈਸ ਨਾਲ ਕੋਪ ਅਪ ਕਰਨਾ ਨਹੀਂ ਆਉਂਦਾ, ਤਾਂ ਉਸ ਚੀਜ਼ ਦੀ ਉਹਨਾਂ ਨੂੰ ਟ੍ਰੇਨਿੰਗ ਦਈਏ। ਕਿਉਂਕਿ ਜਦ ਤੱਕ ਉਹ ਸਟਰੈਸ ਨੂੰ ਕੋਪ ਕਰਨਾ ਨਹੀਂ ਸਿੱਖਦੇ, ਤਦ ਤੱਕ ਉਹ ਫੇਲੀਅਰ ਨੂੰ ਹੈਂਡਲ ਕਰਨਾ ਨਹੀਂ ਸਿੱਖ ਸਕਦੇ। ਔਰ ਫੇਲੀਅਰ ਨੂੰ ਹੈਂਡਲ ਕਰਨਾ ਇੱਕ ਕ੍ਰਿਟੀਕਲ ਸਟੈਪ ਹੈ ਟੂ ਡਿਫੈਂਡ ਯੋਰਸੈਲਫ। ਜੇ ਕੋਈ ਵੀ ਪ੍ਰੋਬਲਮ ਆਉਂਦੀ ਹੈ, ਅਸੀਂ ਇਹ ਨਾ ਸੋਚੀਏ ਕਿ ਸੁਇਸਾਈਡ ਹੀ ਉਹਦਾ ਆਨਸਰ ਹੈ। ਬਹੁਤ ਸਾਰੇ ਹੋਰ ਰਸਤੇ ਨੇ। ਇੱਕ ਐਗਜ਼ਾਮ 'ਚ ਫੇਲ ਹੋਣਾ ਜਾਂ ਉਹਦੇ 'ਚ ਘੱਟ ਮਾਰਕਸ ਆਉਣਾ, ਇਟ ਇਜ਼ ਨੋਟ ਦੀ ਐਂਡ ਆਫ ਦ ਵਰਲਡ। ਦੇਰ ਆਰ ਮੈਨੀ ਥਿੰਗਸ ਦੈਟ ਵੀ ਕੈਨ ਡੂ। ਅਤੇ ਇਸੇ ਲਈ ਜ਼ਰੂਰੀ ਹੈ ਕਿ ਅਸੀਂ ਫਰੋਮ ਦ ਵੈਰੀ ਬਿਗਨਿੰਗ ਸਾਡੇ ਬੱਚਿਆਂ ਨੂੰ ਸਿਖਾਈਏ ਆਪਣੇ ਇਮੋਸ਼ਨਸ ਦੇ ਬਾਰੇ ਅਵੇਅਰ ਹੋਣਾ, ਸਟਰੈਸ ਨੂੰ ਫੇਸ ਕਰਨਾ, ਫੇਲੀਅਰ ਨੂੰ ਕੋਪ ਅਪ ਕਰਨਾ ਔਰ ਮੈਂਟਲ ਹੈਲਥ ਨੂੰ ਹੋਰ ਸਟਰੈਂਥਨ ਕਰਨਾ। ਡਾਕਟਰ ਸਾਹਿਬ, ਇਹ ਤਾਂ ਗੱਲ ਹੋਈ ਜਿਹੜੇ ਬੱਚੇ ਨੇ ਜਿਹੜੇ ਸਕੂਲ 12th ਤੋਂ ਪਹਿਲਾਂ ਦੇ ਨੇ ਜਾਂ 11th 12th ਵਿੱਚ ਪੜ੍ਹਦੇ ਨੇ। ਹੁਣ ਜਿਹੜੇ ਬੱਚੇ ਇੰਡੀਆ ਦੇ ਸਭ ਤੋਂ ਰਿਨਾਊਂਡ ਇੰਸਟੀਟਿਊਟਸ ਵਿੱਚ ਪੜ੍ਹ ਰਹੇ ਨੇ, ਵੱਡੇ ਵੱਡੇ ਇੰਸਟੀਟਿਊਟ ਨੇ, ਉਹਨਾਂ ਦੇ ਉੱਥੇ ਪੜ੍ਹ ਰਹੇ ਨੇ,
ਉੱਥੇ ਪਹਿਲੀ ਗੱਲ ਐਡਮਿਸ਼ਨ ਲੈਣਾ ਆਪਣੇ ਆਪ ਵਿੱਚ ਇੱਕ ਚੱਕਰਵਿਊਹ ਤੋਂ ਜਾਂ ਇੱਕ ਮਹਾਭਾਰਤ ਤੋਂ ਘੱਟ ਨਹੀਂ ਹੁੰਦਾ। ਉੱਥੇ ਐਡਮਿਸ਼ਨਸ ਮਿਲਣਾ ਹੀ ਆਪਣੇ ਆਪ ਵਿੱਚ ਬਹੁਤ ਵੱਡੀ ਅਚੀਵਮੈਂਟ ਹੈ। ਐਡਮਿਸ਼ਨਸ ਤੋਂ ਬਾਅਦ ਵੀ ਉਹਨਾਂ ਨੂੰ ਬਹੁਤ ਮੈਂਟਲ ਪ੍ਰੈਸ਼ਰ ਉੱਥੇ ਫੇਸ ਕਰਨਾ ਪੈਂਦਾ, ਭਾਵੇਂ ਉਹ ਰੇਸ਼ੀਅਲ ਬੁਲਿੰਗ ਹੋਵੇ, ਭਾਵੇਂ ਉੱਥੇ ਰੈਗਿੰਗ ਹੋਵੇ, ਭਾਵੇਂ ਉਹਨਾਂ ਦੀ ਕਾਸਟ ਨੂੰ ਲੈ ਕੇ ਕਿਸੇ ਵੀ ਚੀਜ਼ ਨੂੰ ਲੈ ਕੇ ਉਹਨਾਂ ਨੂੰ ਉੱਥੇ ਅਬਿਊਜ਼ ਕੀਤਾ ਜਾਂਦਾ ਹੋਵੇ। ਇੱਕ ਪ੍ਰੈਸ਼ਰ ਜਿਹੜਾ ਹਰ ਵਾਰ ਕ੍ਰੀਏਟ ਰਹਿੰਦਾ ਉਹ ਹੁੰਦਾ ਕਿ ਤੁਸੀਂ ਇੱਕ ਵੱਡੇ ਇੰਸਟੀਚਿਊਟ ਵਿੱਚ ਪੜ੍ਹ ਰਹੇ ਹੋ ਤਾਂ ਇਹ ਲਾਜ਼ਮੀ ਹੈ ਕਿ ਤੁਹਾਡੀ ਇੰਜੀਨੀਅਰਿੰਗ ਕਰਨ ਤੋਂ ਬਾਅਦ, ਤੁਹਾਡੀ ਜਾਂ ਡਿਗਰੀ ਕਰਨ ਤੋਂ ਬਾਅਦ ਤੁਹਾਨੂੰ ਇੱਕ ਬਹੁਤ ਅੱਛੀ ਜੌਬ ਓਪਰਚੁਨਿਟੀ ਮਿਲੇਗੀ। ਪੇਰੈਂਟਸ ਦੀਆਂ ਕਿੰਨੀਆਂ ਉਮੀਦਾਂ ਹੁੰਦੀਆਂ ਨੇ। ਇਹਨਾਂ ਇੰਸਟੀਚਿਊਟਸ ਤੋਂ ਵੀ ਬਹੁਤ ਖਬਰਾਂ ਸੁਣਨ ਨੂੰ ਮਿਲਦੀਆਂ ਕਿ ਬੱਚਿਆਂ ਨੇ ਫਾਹਾ ਲੈ ਕੇ ਉਹ ਪੱਖੇ ਨਾਲ ਲਟਕ ਗਏ ਜਾਂ ਕਿਸੇ ਨੇ ਕੁਝ ਖਾ ਲਿਆ, ਸੁਸਾਈਡ ਕਰ ਲਈ। ਉੱਥੇ ਕਿਹੜੀ ਚੀਜ਼ ਸਾਹਮਣੇ ਆਉਂਦੀ, ਉਹਨਾਂ ਨੂੰ ਕੀ ਪ੍ਰੋਬਲਮਸ ਉਹਨਾਂ ਨੂੰ ਮਹਿਸੂਸ ਹੁੰਦੀਆਂ ਉੱਥੇ? ਇਹ ਬਹੁਤ ਸੈਡ ਰਿਐਲਿਟੀ ਹੈ ਕਿ ਸਾਡੀ ਵਰਲਡ ਇੰਨਾ ਫਾਸਟ ਹੋ ਚੁੱਕਾ ਹੈ ਕਿ ਉਹਦੇ ਵਿੱਚ ਸਾਡੇ ਕੋਲ ਸ਼ਾਇਦ ਇੱਕ ਦੂਸਰੇ ਦੇ ਨਾਲ ਗੱਲ ਕਰਨ ਦਾ, ਇੱਕ ਦੂਸਰੇ ਦੀ ਸੈਡਨੈਸ ਨੂੰ ਆਈਡੈਂਟੀਫਾਈ ਕਰਨ ਦਾ, ਉਦਾਸ ਬੱਚਿਆਂ ਨੂੰ ਇੱਕ ਦੂਸਰੇ ਦਾ ਸਹਾਰਾ ਬਣਨ ਦਾ ਮੌਕਾ ਨਹੀਂ ਮਿਲਦਾ। ਜੋ ਵੱਡੇ ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਦੇ ਵਿੱਚ ਇਹੋ ਜਿਹੀਆਂ ਖਬਰਾਂ ਆ ਰਹੀਆਂ ਨੇ, ਇਨ ਐਡੀਸ਼ਨ ਟੂ ਦੀ ਐਗਜ਼ਿਸਟਿੰਗ ਕੋਰਸਿਸ ਜਿਵੇਂ ਇੰਜੀਨੀਅਰਿੰਗ ਹੈ ਜਾਂ ਟੈਕਨੋਲੋਜੀ ਹੈ, ਇਨ ਐਡੀਸ਼ਨ ਟੂ ਥੀਸ ਕੋਰਸਿਸ ਆਈ ਥਿੰਕ ਮੈਂਟਲ ਇੰਜੀਨੀਅਰਿੰਗ ਵੀ ਉਹਨਾਂ ਨੂੰ ਸਿਖਾਉਣੀ ਚਾਹੀਦੀ ਹੈ। ਜੋ ਆਰਗੇਨਾਈਜੇਸ਼ਨਸ ਦੇ ਵਿੱਚ ਚਾਹੀਦਾ ਉਹ ਹੈ ਕਿ ਜਿੱਦਾਂ ਬੱਚੇ ਤੁਸੀਂ ਮੈਂਸ਼ਨ ਕੀਤਾ ਕਿ ਬਹੁਤ ਡਾਈਵਰਸ ਬੈਕਗਰਾਊਂਡਸ ਤੋਂ ਆਉਂਦੇ ਨੇ, ਕਈ ਬੱਚਿਆਂ ਨੂੰ ਸ਼ਾਇਦ ਇੰਗਲਿਸ਼ ਬੋਲਣੀ ਨਹੀਂ ਆਉਂਦੀ, ਲੈਂਗੁਏਜ ਦੇ ਬੈਰੀਅਰ, ਰੇਸ ਦੇ ਬੈਰੀਅਰਸ ਨੇ, ਉਹ ਅਗਰ ਆਪਸ ਦੇ ਵਿੱਚ ਮਿੰਗਲ ਨਹੀਂ ਹੁੰਦੇ ਤਾਂ ਬੱਚੇ ਸੋਸ਼ਲੀ ਬਹੁਤ ਆਈਸੋਲੇਟਿਡ ਫੀਲ ਕਰਦੇ ਹੈ। ਆਈਸੋਲੇਸ਼ਨ ਇੱਕ ਬਹੁਤ ਵੱਡਾ ਕਾਰਨ ਹੈ ਕਿ ਜੋ ਬੱਚਾ ਆਈਸੋਲੇਟ ਹੋ ਗਿਆ, ਅਗਰ ਉਹਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਕਿਸੇ ਨੂੰ ਦੱਸੇਗਾ ਨਹੀਂ ਜਾਂ ਉਹਦੀ ਪ੍ਰੋਬਲਮ ਪਕੜ 'ਚ ਨਹੀਂ ਆਏਗੀ। ਸੋ ਜਿੱਦਾਂ ਅਸੀਂ ਕਾਲਜਿਸ ਦੇ ਵਿੱਚ ਫੈਸਟਸ ਕਰਦੇ ਹਾਂ, ਫੈਸਟਸ ਹੁੰਦੇ, ਟੈਕ ਫੈਸਟਸ ਹੈ ਜਾਂ ਡਾਂਸ ਕਲਚਰਲ ਫੈਸਟਸ ਨੇ, ਉਸੇ ਤਰ੍ਹਾਂ ਆਈ ਬਿਲੀਵ ਕਿ ਮੈਂਟਲ ਹੈਲਥ ਨੂੰ ਇੰਨਾ ਸਟਰੈਂਥਨ ਕੀਤਾ ਜਾਣਾ ਚਾਹੀਦਾ ਹੈ ਕਿ ਦੇयर ਸ਼ੁੱਡ ਬੀ ਫੈਸਟਸ ਦੈਟ ਆਰ ਓਰੀਐਂਟਡ ਅਰਾਊਂਡ ਦੀ ਮੈਂਟਲ ਹੈਲਥ, ਜਿਹਦੇ ਵਿੱਚ ਅਸੀਂ ਬੇਸਿਕ ਟ੍ਰੇਨਿੰਗ ਦਈਏ ਕਿ ਕਿਵੇਂ ਤੁਸੀਂ ਬੇਸਿਕਸ ਨੂੰ ਫਾਈਂਡ ਆਊਟ ਕਰੋ। ਜੇ ਕੋਈ ਬੱਚਾ ਉਦਾਸ ਹੈ ਤਾਂ ਕਿ ਹਰ ਬੱਚਾ ਜੋ ਉਦਾਸ ਹੈ ਉਹ ਡਿਪਰੈਸਡ ਹੈ, ਅਗਰ ਉਹ ਡਿਪਰੈਸਡ ਹੈ ਤਾਂ ਉਹ ਕਿਸ ਲੈਵਲ 'ਤੇ ਹੈ, ਉਹਨੂੰ ਕਿਸ ਤਰੀਕੇ ਦੀ ਸਪੋਰਟ ਚਾਹੀਦੀ ਹੈ। ਇੱਕ ਸੁਜੈਸ਼ਨ ਹੈ ਕਿ ਜਿੱਦਾਂ ਅਸੀਂ ਵਾਕਿੰਗ ਟਾਕਿੰਗ ਕਾਉਂਸਲਿੰਗ ਸੈਂਟਰਸ ਕਾਲਜਿਸ ਦੇ ਵਿੱਚ ਅਪਾਇੰਟ ਕਰ ਸਕਦੇ ਹਾਂ। ਅਸੀਂ ਇਸ ਚੀਜ਼ ਦੀ ਵੇਟ ਨਾ ਕਰੀਏ ਕਿ ਸਟੂਡੈਂਟ ਅਗਰ ਬਹੁਤ ਉਦਾਸ ਹੈ ਤਾਂ ਉਹ ਆਪਣੇ ਆਪ ਕਾਉਂਸਲਰ ਕੋਲ ਆਏ। ਅਸੀਂ ਇਸ ਤਰੀਕੇ ਦੇ ਰਿਸੋਰਸਿਸ ਨੂੰ ਕ੍ਰੀਏਟ ਕਰੀਏ ਕਿ ਕਾਉਂਸਲਿੰਗ ਸੈਂਟਰਸ ਵਾਕਿੰਗ ਟਾਕਿੰਗ ਹੋਣ, ਜੋ ਆਟੋਮੈਟਿਕਲੀ ਹਰ ਹਫਤੇ, ਹਰ 10 ਦਿਨ, ਹਰ 15 ਦਿਨ ਦੇ ਬਾਅਦ ਸੈਂਸਿਟਾਈਜੇਸ਼ਨ ਦੇ ਲੈਕਚਰਸ ਜਾਂ ਇਸ ਤਰੀਕੇ ਦੇ ਟਾਕ ਸ਼ੋਜ਼, ਰੋਲ ਪਲੇਜ਼, ਸਕਿਟਸ, ਡਿਬੇਟਸ ਆਰਗੇਨਾਈਜ਼ ਕਰਨ ਤਾਂ ਕਿ ਉਹਦੇ 'ਚ ਹਰ ਬੱਚਾ ਪਾਰਟਿਸਿਪੇਟ ਕਰੇ, ਨਾ ਕਿ ਹਰ ਬੱਚਾ, ਬਟ ਆਈ ਆਲਸੋ ਬਿਲੀਵ ਕਿ ਫੈਕਲਟੀ ਵੀ ਪਾਰਟਿਸਿਪੇਟ ਕਰੇ। ਜਦ ਤੱਕ ਮੈਂਟਲ ਹੈਲਥ ਦੇ ਅਰਾਊਂਡ ਸਾਡਾ ਸਟਿਗਮਾ ਜਾਂ ਜੋ ਅਸੀਂ ਫੀਲ ਕਰਦੇ ਹਾਂ ਕਿ ਇਹ ਬੱਚੇ ਨੂੰ ਸਾਈਕੈਟਰਿਸਟ ਕੋਲ ਲੈ ਕੇ ਜਾ ਰਹੇ ਨੇ, ਪਤਾ ਨਹੀਂ ਕਿੰਨੀ ਵੱਡੀ ਪ੍ਰੋਬਲਮ ਹੈ, ਜਦ ਤੱਕ ਇਹ ਫੀਲਿੰਗ ਨੂੰ ਅਸੀਂ ਲੈਟ ਗੋ ਨਹੀਂ ਕਰਾਂਗੇ ਤਦ ਤੱਕ ਅਸੀਂ ਪ੍ਰੋਪਰਲੀ ਟ੍ਰੀਟਮੈਂਟ ਸੀਕ ਨਹੀਂ ਕਰਾਂਗੇ। ਸਾਨੂੰ ਕਦੇ ਕੋਈ ਪ੍ਰੋਬਲਮ ਹੁੰਦੀ ਹੈ, ਹੈਲਥ ਪ੍ਰੋਬਲਮ ਹੈ, ਅਗਰ ਵੀ ਫੀਲ ਫਿਜ਼ੀਕਲੀ ਅਨਫਿਟ ਤਾਂ ਅਸੀਂ ਜਿਮ ਜਾਂਦੇ ਹਾਂ, ਅਗਰ ਸਾਨੂੰ ਗਰੂਮਿੰਗ ਦੀ ਜ਼ਰੂਰਤ ਹੈ ਤਾਂ ਅਸੀਂ ਸੈਲੂਨਸ ਜਾਂਦੇ ਹਾਂ, ਉਹ ਸਰਵਿਸਿਜ਼ ਅਸੀਂ ਬੜੀ ਈਜ਼ੀਲੀ ਯੂਟਿਲਾਈਜ਼ ਕਰ ਲੈਂਦੇ ਹਾਂ। ਫਿਜ਼ੀਕਲ ਹੈਲਥ ਅਸੀਂ ਬੜੀ ਈਜ਼ੀਲੀ ਐਕਸੈਪਟ ਕਰ ਲੈਂਦੇ ਹਾਂ, ਖਾਂਸੀ ਜ਼ੁਕਾਮ ਹੈ, ਫ੍ਰੈਕਚਰ ਹੈ, ਆਈਸਾਈਟ ਪ੍ਰੋਬਲਮ ਹੈ, ਸਭ ਕੁਝ ਅਸੀਂ ਸੀਕ ਕਰ ਲੈਂਦੇ ਹਾਂ ਹੈਲਪ। ਪਰ ਜਦੋਂ ਮੈਂਟਲ ਹੈਲਥ ਦੀ ਪ੍ਰੋਬਲਮ ਆਉਂਦੀ ਹੈ ਅਸੀਂ ਹੈਜ਼ਿਟੇਟ ਕਰਦੇ ਹਾਂ। ਇਸ ਹੈਜ਼ਿਟੇਸ਼ਨ ਨੂੰ ਸਭ ਤੋਂ ਪਹਿਲੇ ਖਤਮ ਕਰਨਾ ਕਾਲਜਿਸ ਦੇ ਵਿੱਚ ਜ਼ਰੂਰੀ ਹੈ। ਉਹ ਉਦੋਂ ਹੀ ਖਤਮ ਹੋਏਗੀ ਜਦੋਂ ਅਸੀਂ ਇਸ ਤਰੀਕੇ ਦਾ ਮਾਹੌਲ ਕ੍ਰੀਏਟ ਕਰਾਂਗੇ ਕਿ ਹਰ ਪਰਸਨ ਉਸ ਸਰਵਿਸਿਜ਼ ਨੂੰ ਐਕਸੈਸ ਕਰ ਸਕਦਾ ਹੈ ਔਰ ਕਰ ਰਿਹਾ ਹੈ, ਤਾਂ ਕਿ ਕਿਸੇ ਨੂੰ ਇੱਦਾਂ ਨਾ ਲੱਗੇ ਕਿ ਉਹ ਬੱਚਾ ਜਾਂਦਾ ਹੈ ਸਾਈਕੋਲੋਜਿਸਟ ਕੋਲ ਜਾਂਦਾ ਹੈ, ਕਾਉਂਸਲਰ ਕੋਲ ਜਾਂਦਾ ਹੈ। ਇਹ ਸਾਡੀ ਇੱਕ ਨੀਡ ਬਣ ਚੁੱਕੀ ਹੈ। ਸਾਨੂੰ ਇਸ ਨੂੰ ਆਈਡੈਂਟੀਫਾਈ ਕਰਕੇ, ਐਕਸੈਸ ਕਰਕੇ, ਇਸ ਤੋਂ ਹੈਲਪ ਲੈ ਕੇ ਅੱਗੇ ਮੂਵ ਕਰਨਾ ਹੈ। This I think is what is required in all organizations. ਮਤਲਬ ਕਿਤੇ ਨਾ ਕਿਤੇ ਪਹਿਲੀ ਗੱਲ ਖੁਦ ਨੂੰ ਐਕਸੈਪਟ ਕਰਵਾਉਣਾ ਕਿ ਮੈਨੂੰ ਹੈਲਪ ਦੀ ਲੋੜ ਹੈ। ਪਹਿਲਾਂ ਖੁਦ ਐਕਸੈਪਟੈਂਸ ਮਿਲੂਗੀ ਤਾਂ ਜਾ ਕੇ ਅਸੀਂ ਪਬਲਿਕਲੀ ਸੋਸਾਇਟੀ ਨੂੰ ਦੱਸ ਸਕਾਂਗੇ ਕਿ ਹਾਂ ਮੈਂ ਇੱਕ ਸਾਈਕੈਟਰਿਸਟ ਕੋਲ ਹੈਲਪ ਲੈ ਰਿਹਾ ਹਾਂ, ਮੈਨੂੰ ਕਿਸੇ ਹੈਲਪ ਦੀ ਜ਼ਰੂਰਤ ਹੈ। Yes, and I think ਇਹ ਟੌਪ ਡਾਊਨ ਬਿਗਿਨ ਹੁੰਦਾ ਹੈ। ਅਗਰ ਫੈਕਲਟੀ ਪੋਜੀਸ਼ਨ, ਲੀਡਰਸ਼ਿਪ ਪੋਜੀਸ਼ਨਸ ਤੇ ਜੋ ਲੋਕ ਨੇ ਉਹ ਐਡਵੋਕੇਸੀ ਕਰਦੇ ਹੈ ਕਿ ਜੇ ਤੁਹਾਨੂੰ ਹੈਲਪ ਦੀ ਜ਼ਰੂਰਤ ਹੈ then you also seek, I am also seeking. I remember we felt very proud that
ਦੀਪਿਕਾ ਪਾਡੂਕੋਨ ਨੇ ਆਪਣੇ ਡਿਪਰੈਸ਼ਨ ਦੇ ਬਾਰੇ ਜਦੋਂ ਆਲ ਓਵਰ ਨੇਸ਼ਨ ਦੱਸਿਆ, ਸੋ ਵੀ ਫੈਲਟ ਕਿ ਇਫ ਅ ਸੈਲੀਬ੍ਰਿਟੀ ਕੈਨ ਕਮ ਫਾਰਵਰਡ ਐਂਡ ਟਾਕ ਅਬਾਊਟ ਇਟ ਓਪਨਸ ਸੋ ਮੈਨੀ ਡੋਰਸ। ਪੀਪਲ ਫੀਲ ਕਿ ਜੇ ਇੱਕ ਸੈਲੀਬ੍ਰਿਟੀ ਹੋ ਕੇ ਸ਼ੇਅਰ ਕਰ ਸਕਦਾ ਹੈ ਆਪਣੀ ਸਟਰਗਲਸ ਔਰ ਹੈਲਪ ਸੀਕ ਕਰ ਸਕਦਾ ਹੈ, ਦੈਨ ਐਵਰੀਬਡੀ ਕੈਨ ਐਂਡ ਐਵਰੀਬਡੀ ਸ਼ੁੱਡ। ਜਿਵੇਂ ਦੀਪਿਕਾ ਪਾਦੂਕੋਨ ਦੀ ਤੁਸੀਂ ਗੱਲ ਕੀਤੀ, ਵਿਰਾਟ ਕੋਹਲੀ ਵੀ ਇੱਕ ਐਸੀ ਸੈਲੀਬ੍ਰਿਟੀ ਨੇ, ਉਹਨਾਂ ਨੇ ਵੀ ਦੱਸਿਆ ਕਿ ਉਹ ਮੈਂਟਲੀ ਐਗਜ਼ੌਸਟ ਸੀਗੇ ਆਪਣੀ ਪਰਫਾਰਮੈਂਸ ਨੂੰ ਲੈ ਕੇ, ਆਪਣੀ ਫਾਰਮ ਨੂੰ ਲੈ ਕੇ। ਹੀ ਟੁੱਕ ਅ ਬ੍ਰੇਕ। ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਉਹਨਾਂ ਨੂੰ ਆਪਣੀ ਦਿਮਾਗ ਨੂੰ ਠੀਕ ਰੱਖਣ ਵਾਸਤੇ ਇੱਕ ਜ਼ਰੂਰਤ ਹੈ ਕਿਸੇ ਹੈਲਪ ਦੀ, ਆਪਣੇ ਕੰਮ ਤੋਂ ਪਿੱਛੇ ਹਟਣ ਦੀ। ਸੋ ਇੱਕ ਇਹਦੇ ਨਾਲ ਇੱਕ ਹੋਰ ਚੀਜ਼ ਵੀ ਜੁੜੀ ਹੁੰਦੀ ਹੈ ਕਿ ਆਪਾਂ ਕਹਿੰਦੇ ਹਾਂ, ਅਸੀਂ ਇੱਕ ਵਿਰਾਟ ਕੋਹਲੀ ਦੀ ਐਗਜ਼ਾਮਪਲ ਲੈਂਦੇ ਹਾਂ, ਸਾਰੇ ਉਹਨੂੰ ਕਹਿੰਦੇ ਨੇ ਤੁਹਾਡੀ ਫਾਰਮ ਚਲੀ ਗਈ ਹੈ, ਤੁਹਾਨੂੰ ਹੋਰ ਮਿਹਨਤ ਕਰਨ ਦੀ ਲੋੜ ਹੈ, ਤੁਹਾਡੇ ਕੋਲ ਟੈਲੈਂਟ ਹੈ, ਤੁਸੀਂ ਮਿਹਨਤ ਹੋਰ ਕਰੋ। ਇਹ ਟੌਕਸਿਕ ਪੋਜ਼ਿਟਿਵ ਮੈਂਟੈਲਿਟੀ, ਕਿਸੇ ਕੋਈ ਅਗਰ ਬੰਦਾ ਉਹਨੂੰ ਵੀਕ ਮਹਿਸੂਸ ਹੋ ਰਿਹਾ, ਉਹਨੂੰ ਸਿਰਫ ਇਹ ਕਹਿਣਾ ਕੁਛ ਨਹੀਂ, ਸਭ ਠੀਕ ਹੋ ਜਾਏਗਾ, ਸਭ ਠੀਕ ਹੋ ਜਾਏਗਾ, ਥੋੜ੍ਹਾ ਚਿਲ ਕਰ, ਥੋੜ੍ਹੇ ਗਾਣੇ ਸੁਣਿਆ ਕਰ, ਯੋਗਾ ਕਰ, ਜਿਮ ਕਰ, ਇੱਦਾਂ ਦੀ ਟੌਕਸਿਕ ਉਹਨੂੰ ਪੋਜ਼ਿਟਿਵ ਫੀਲਿੰਗ ਉਹਨੂੰ ਉਹਦੇ ਅੰਦਰ ਲੈ ਕੇ ਆਉਣਾ, ਰਾਦਰ ਦੈਨ ਉਹਦੀ ਗੱਲ ਸੁਣਨਾ, ਉਹਨੂੰ ਪੁੱਛਣਾ ਕਿ ਹਾਂ ਤੇਰਾ ਹਾਲ ਕੀ ਹੈ। ਇਹ ਗੱਲਾਂ ਵੀ ਕਿਤੇ ਨਾ ਕਿਤੇ ਇਫੈਕਟ ਕਰਦੀਆਂ ਇਸ ਚੀਜ਼ ਨੂੰ। ਸੋ ਡੈਫੀਨੇਟਲੀ ਆਈ ਆਲਸੋ ਬਿਲੀਵ ਕਿ ਜੋ ਕੋਈ ਸਪੋਰਟਸ ਪਰਸਨ ਹੈ ਜਾਂ ਮੂਵੀ ਇੰਡਸਟਰੀ ਵਿੱਚ ਹੈ ਜਾਂ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਹੈ, ਉਹਨਾਂ ਨੂੰ ਆਪਣੇ ਬਾਰੇ ਬਰਨ ਆਊਟ ਦਾ ਪਤਾ ਲੱਗ ਜਾਂਦਾ ਹੈ ਕਿ ਮੇਰੀ ਪਰਫਾਰਮੈਂਸ ਕਦੋਂ ਡਿਟੀਰੀਓਰੇਟ ਹੋ ਰਹੀ ਹੈ ਜਾਂ ਮੈਂ ਆਪਣਾ ਬੈਸਟ ਕਿਸ ਤਰ੍ਹਾਂ ਪ੍ਰੋਵਾਈਡ ਨਹੀਂ ਕਰ ਪਾ ਰਿਹਾ। ਜਦੋਂ ਉਹ ਪਰਸਨ ਇਸ ਚੀਜ਼ ਨੂੰ ਫੀਲ ਕਰਨਾ ਸ਼ੁਰੂ ਕਰ ਦਿੰਦਾ ਹੈ, the moment they hit that thought ਕਿ ਸ਼ਾਇਦ ਮੈਨੂੰ ਹੈਲਪ ਦੀ ਜ਼ਰੂਰਤ ਹੈ, that is the exact moment ਕਿ ਤੁਹਾਨੂੰ ਹੈਲਪ ਸੀਕ ਕਰ ਲੈਣੀ ਚਾਹੀਦੀ ਹੈ। ਇੱਥੇ ਪ੍ਰੋਫੈਸ਼ਨਲ ਦਾ ਇਹ ਰੋਲ ਆ ਜਾਂਦਾ ਹੈ ਕਿ ਅਸੀਂ ਆਈਡੈਂਟੀਫਾਈ ਕਰਕੇ ਦੱਸਦੇ ਹਾਂ ਕਿ ਜੋ ਤੁਹਾਨੂੰ ਉਦਾਸੀ ਮਹਿਸੂਸ ਹੋ ਰਹੀ ਹੈ, ਕਿ ਉਹ ਉਦਾਸੀ ਹੈ ਜਾਂ ਉਹ ਡਿਪਰੈਸ਼ਨ ਹੈ। ਦੋਨਾਂ ਚੀਜ਼ਾਂ ਦੇ ਵਿੱਚ ਫਰਕ ਹੈ। ਉਦਾਸੀ ਕਿਸੇ ਵੀ ਕਾਰਨ ਕਰਕੇ ਹੋ ਸਕਦੀ ਹੈ। ਜੇ ਮੰਨ ਲਓ ਮੈਂ ਐਗਜ਼ਾਮ ਦੇ ਵਿੱਚ ਪਰਫਾਰਮ ਨਹੀਂ ਕੀਤਾ ਤਾਂ ਅੱਜ ਮੈਂ ਉਦਾਸ ਹਾਂ, ਪਰ ਅਗਰ ਲਗਾਤਾਰ ਕੋਈ ਬੱਚਾ 2 ਹਫ਼ਤੇ ਤੋਂ ਜ਼ਿਆਦਾ ਉਦਾਸ ਹੈ ਔਰ ਉਹ ਆਪਣੇ ਪੇਰੈਂਟਸ ਦੇ ਨਾਲ, ਫੈਮਿਲੀ ਦੇ ਨਾਲ ਕੋਈ ਗੱਲ ਨਹੀਂ ਕਰ ਰਿਹਾ, ਚੁੱਪ ਰਹਿ ਰਿਹਾ ਹੈ, ਕਿਸੇ ਨੂੰ ਬੁਲਾ ਨਹੀਂ ਰਿਹਾ, ਜਾਂ ਸੋਸ਼ਲ ਮੀਡੀਆ ਦੇ ਵਿੱਚ ਜੋ WhatsApp ਗਰੁੱਪਸ ਨੇ ਜਾਂ Instagram ਪ੍ਰੋਫਾਈਲਸ ਨੇ ਉਹ ਡਿਲੀਟ ਕਰ ਦਿੱਤੀਆਂ, ਬਲੌਕ ਕਰ ਦਿੱਤੀਆਂ, ਜਾਂ ਸਟੇਟਸ ਇਹੋ ਜਿਹੇ ਪਾਣੇ ਸ਼ੁਰੂ ਕਰ ਦਿੱਤੇ ਜਿਹਦੇ ਨਾਲ ਸੈਡਨੈਸ ਡਿਪਿਕਟ ਹੋ ਰਹੀ ਹੈ, ਇਹ ਕਲੀਅਰ ਵਾਰਨਿੰਗ ਸਾਈਨਸ ਨੇ। ਇਹਦੇ ਇਲਾਵਾ ਕੌਨਸੈਂਟਰੇਸ਼ਨ ਨਾ ਬਣਨਾ, ਨੀਂਦ ਨਾ ਆਣਾ, ਭੁੱਖ ਨਾ ਲੱਗਣਾ, ਕੌਨਫੀਡੈਂਸ ਦੀ ਕਮੀ ਹੋਣਾ, ਕੋਈ ਵੀ ਡਿਸੀਜਨ ਜੋ ਆਮ ਤੌਰ ਤੇ ਬੱਚੇ ਜਾਂ ਸਪੋਰਟਸ ਪਰਸਨ ਜਾਂ ਐਜੂਕੇਟਿਡ ਪੀਪਲ ਲੈ ਸਕਦੇ ਨੇ ਬੜੇ ਆਸਾਨੀ ਦੇ ਨਾਲ, ਉਹਦੇ ਬਾਰੇ ਡਬਲ ਥਾਟਸ ਆਣਾ ਕਿ ਮੈਂ ਕਰਾਂ ਜਾਂ ਨਾ ਕਰਾਂ, ਆਪਣੇ ਉੱਪਰ ਡਾਊਟ ਹੋ ਜਾਣਾ, ਇਹ ਸਾਰੇ ਫੈਕਟਰਸ ਨੇ ਜੋ ਆਈਡੈਂਟੀਫਾਈ ਕਰਦੇ ਨੇ ਕਿ ਇਹ ਸੈਡਨੈਸ ਤੋਂ ਬਿਯੋਂਡ ਹੈ, ਇਹ ਡਿਪਰੈਸ਼ਨ ਹੈ ਔਰ ਹੁਣ ਇਹਨੂੰ ਟ੍ਰੀਟਮੈਂਟ ਦੀ ਜ਼ਰੂਰਤ ਹੈ। ਇਹਦੇ ਲਈ ਬਹੁਤ ਸਾਰੇ ਲੋਕ ਝਿਜਕਦੇ ਇਸ ਲਈ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਜੇ ਡਿਪਰੈਸ਼ਨ ਆਈਡੈਂਟੀਫਾਈ ਹੋ ਗਿਆ ਤਾਂ ਮੈਡੀਸਿਨ ਸ਼ੁਰੂ ਹੋ ਜਾਏਗੀ, ਮੈਡੀਸਿਨ ਸ਼ੁਰੂ ਹੋ ਗਈ ਤਾਂ ਲਾਈਫ ਲੌਂਗ ਲੱਗ ਜਾਏਗੀ। ਜਦੋਂ ਇੱਕ ਪ੍ਰੋਫੈਸ਼ਨਲ ਦਾ ਰੋਲ ਇਸ ਵਿੱਚ ਆਉਂਦਾ ਹੈ ਤਾਂ ਉਹਦਾ ਰੋਲ ਹੈ ਇਹ ਆਈਡੈਂਟੀਫਾਈ ਕਰਨਾ ਕਿ ਡਿਪਰੈਸ਼ਨ ਦਾ ਲੈਵਲ ਕੀ ਹੈ, ਉਹਦੀ ਸਿਵੀਅਰਿਟੀ ਕੀ ਹੈ, ਮਾਈਲਡ, ਮੋਡਰੇਟ, ਸਿਵੀਅਰ। ਜੋ ਸਾਡੀਆਂ ਟੈਕਸਟ ਬੁੱਕਸ ਕਹਿੰਦੀਆਂ ਨੇ, ਜੇ ਮਾਈਲਡ ਡਿਪਰੈਸ਼ਨ ਹੈ ਤਾਂ ਉਹਦੇ ਲਈ ਅਸੀਂ ਕਾਉਂਸਲਿੰਗ ਔਰ ਥੈਰੇਪੀ ਦੇ ਥਰੂ ਬੜੇ ਅੱਛੇ ਤਰੀਕੇ ਦੇ ਨਾਲ ਡਿਪਰੈਸ਼ਨ ਦਾ ਟ੍ਰੀਟਮੈਂਟ ਕਰ ਸਕਦੇ ਹਾਂ। ਮੋਡਰੇਟ ਟੂ ਸਿਵੀਅਰ ਡਿਪਰੈਸ਼ਨ ਦੇ ਲਈ ਸਾਨੂੰ ਮੈਡੀਕੇਸ਼ਨ ਦੀ ਜ਼ਰੂਰਤ ਪੈਂਦੀ ਹੈ। ਜ਼ਰੂਰੀ ਨਹੀਂ ਹੈ ਕਿ ਹਰ ਬੱਚੇ ਨੂੰ, ਹਰ ਇਨਸਾਨ ਨੂੰ ਅਗਰ ਡਿਪਰੈਸ਼ਨ ਦਾ ਟ੍ਰੀਟਮੈਂਟ ਸਟਾਰਟ ਹੋ ਗਿਆ ਤਾਂ ਉਹ ਲਾਈਫ ਲੌਂਗ ਚੱਲੇਗਾ। ਬਹੁਤ ਸਾਰੇ ਫੈਕਟਰਸ ਹੁੰਦੇ ਨੇ। ਕਈਆਂ ਦੀ ਫੈਮਿਲੀ ਦੇ ਵਿੱਚ ਡਿਪਰੈਸ਼ਨ ਜਨਰੇਸ਼ਨਸ ਚੱਲਦਾ ਆ ਰਿਹਾ, ਹੋ ਸਕਦਾ ਹੈ ਉਸ ਪਰਸਨ ਨੂੰ ਡਿਪਰੈਸ਼ਨ ਦਾ ਟ੍ਰੀਟਮੈਂਟ ਲੌਂਗ ਟਰਮ ਚੱਲੇ, ਪਰ ਕਈਆਂ ਨੂੰ ਅਗਰ ਬਿਲਕੁਲ ਇੱਕ ਸਟ੍ਰੈਸਫੁਲ ਸਿਚੁਏਸ਼ਨ ਤੋਂ ਬਾਅਦ ਡਿਪਰੈਸ਼ਨ ਆਈਡੈਂਟੀਫਾਈ ਹੋਇਆ, ਕੁਝ ਮਹੀਨੇ ਬਾਅਦ ਮੈਡੀਸਿਨ ਵੀ ਕੈਨ ਸਟਾਪ। ਇਟ ਇਜ਼ ਨਾਟ ਇੰਪੋਰਟੈਂਟ ਕਿ ਅਸੀਂ ਮੈਡੀਸਿਨ ਨੂੰ ਇੰਨਾ ਫੋਕਸ ਦਈਏ ਕਿ ਇਹ ਸ਼ੁਰੂ ਹੋ ਗਈ ਤਾਂ ਉਹਦੇ ਤੋਂ ਡਰ ਜਾਈਏ। ਇਟ ਇਜ਼ ਇੰਪੋਰਟੈਂਟ ਕਿ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਹੈਲਪ ਸੀਕ ਕਰੀਏ। ਹੁਣ ਅਸੀਂ ਅਗਰ ਮੇਰੇ ਆਲੇ ਦੁਆਲੇ ਕੋਈ ਇੱਦਾਂ ਦਾ ਪਰਸਨ ਹੈਗਾ ਜਿਹਨੂੰ ਹੈਲਪ ਦੀ ਲੋੜ ਹੈ, ਉਹ ਪਹਿਲੀ ਵਾਰ ਜੋ ਸ਼ਾਇਦ ਕਿਸੇ ਸਾਈਕਾਇਟਰਿਸਟ ਕੋ, ਕਿਸੇ ਡਾਕਟਰ ਨਾਲ ਕੰਸਲਟ ਨਾ ਕਰੇ, ਪਰ ਐਜ਼ ਅ ਫਰੈਂਡ, ਐਜ਼ ਅ ਲਵਰ, ਐਜ਼ ਅ ਰਿਲੇਟਿਵ, ਐਜ਼ ਅ ਪੇਰੈਂਟ, ਅਸੀਂ ਉਹ ਸਾਈਨਸ ਨੂੰ ਆਈਡੈਂਟੀਫਾਈ ਕਰਕੇ ਸਾਡਾ ਪਹਿਲਾ ਸਟੈਪ ਕੀ ਹੈ, ਅਸੀਂ ਉਹਨੂੰ ਕਿਸ ਚੀਜ਼ ਨਾਲ ਟੈਕਲ ਕਰੀਏ, ਉਹਨੂੰ ਕਿੱਦਾਂ ਹੈਂਡਲ ਕਰੀਏ। ਆਈ ਥਿੰਕ ਜਦੋਂ ਤੁਸੀਂ ਇਹ ਸਾਈਨਸ ਆਈਡੈਂਟੀਫਾਈ ਕਰ ਲੈਂਦੇ ਹੋ ਕਿ ਤੁਹਾਡਾ ਕੋਈ ਲਵਡ ਵਨ ਜੋ ਹੈ ਉਹ ਅੱਛੀ ਤਰ੍ਹਾਂ ਖਾ ਪੀ ਨਹੀਂ ਰਿਹਾ, ਸੋ ਨਹੀਂ ਰਿਹਾ, ਕੌਨਸੈਂਟਰੇਟ ਨਹੀਂ ਕਰ ਰਿਹਾ, ਕੰਮ ਤੇ ਨਹੀਂ ਜਾ ਰਿਹਾ, ਸਕੂਲ ਨਹੀਂ ਜਾ ਰਿਹਾ, ਫਰੈਂਡਸ ਦੇ ਨਾਲ ਖੁਸ਼ ਨਹੀਂ ਹੈ, ਆਮ ਤੌਰ ਤੇ ਜਿਹੜੀਆਂ ਸ਼ੌਂਕ ਵਾਲੀਆਂ ਚੀਜ਼ਾਂ ਨੇ, ਕੋਈ ਮੂਵੀ ਦੇਖਣਾ, ਸੌਂਗ ਸੁਣਨਾ, ਕੋਈ ਡਾਂਸ ਕਰਨਾ, ਉਹਦੇ 'ਚ ਇੰਟਰਸਟ ਨਹੀਂ ਹੈ,
ਜਦੋਂ ਇਹ ਆਈਡੈਂਟੀਫਾਈ ਅਸੀਂ ਕਰ ਰਹੇ ਨੇ, ਬਹੁਤ ਜ਼ਰੂਰੀ ਹੈ ਉਹਨਾਂ ਨੂੰ ਸਮਝਾਉਣਾ ਕਿ ਇਟ ਇਜ਼ ਟਾਈਮ ਟੂ ਸੀਕ ਹੈਲਪ। ਇੱਕ ਪੋਜ਼ਿਟਿਵ ਚੀਜ਼ ਇਹ ਹੈ ਕਿ ਮੇਰੇ ਕੋਲ ਹੁਣ ਜੋ ਬੱਚੇ ਆ ਰਹੇ ਨੇ ਉਹ ਆਪਣੇ ਆਪ ਆਪਣੇ ਪੇਰੈਂਟਸ ਨੂੰ ਆਪਣੇ ਨਾਲ ਲੈ ਕੇ ਆਉਂਦੇ ਨੇ। ਉਹ ਕਹਿੰਦੇ ਨੇ ਵੀ ਮੰਮਾ ਮੈਂ ਜਾਣਾ, ਮੈਨੂੰ ਲੈ ਕੇ ਚੱਲੋ। ਪੇਰੈਂਟਸ ਉਸ ਜਦੋਂ ਲੈ ਕੇ ਆਉਂਦੇ ਉਹ ਕਹਿੰਦੇ ਕਿ ਇਹ ਸਾਨੂੰ ਲੈ ਕੇ ਆਇਆ, ਇਹਨੂੰ ਪ੍ਰੋਬਲਮ ਹੈ, ਤੁਸੀਂ ਪੁੱਛੋ। ਦਿਸ ਇਜ਼ ਸੱਚ ਅ ਵੈਲਕਮ ਥਿੰਗ ਟੂ ਡੂ। ਐਟਲੀਸਟ ਬੱਚਾ ਆਈਡੈਂਟੀਫਾਈ ਕਰ ਪਾ ਰਿਹਾ ਕਿ ਸਮਥਿੰਗ ਇਜ਼ ਨਾਟ ਰਾਈਟ। what is that something, how we treat that something, that is the job of a professional. And as a job of a caregiver, I advise each and every person कि सिर्फ ऐदा कह देना कि तुसी एक्सरसाइज कर लो, बिजी हो जाओ, टीवी देख लो, ਇਹਦੇ ਨਾਲ डिप्रेशन जाएगा नहीं, ਉਹ ਉੱਥੇ ਦਾ ਉੱਥੇ ਹੀ ਰਹੇਗਾ। डिप्रेशन ट्रीटमेंट कराने ਦੇ ਨਾਲ ਹੀ ਜਾਏਗਾ, और ट्रीटमेंट सिर्फ काउंसलिंग भी हो सकती है, काउंसलिंग प्लस मैडिसिन भी हो सकती है, ਐਂਡ ਸਿਰਫ ਮੈਡੀਸਨ ਵੀ ਹੋ ਸਕਦੀ ਹੈ। ਬਟ ਇਹ ਜੌਬ ਪ੍ਰੋਫੈਸ਼ਨਲ ਦਾ ਹੈ। ਤੁਹਾਡੀ ਡਿਊਟੀ ਹੈ ਕਿ ਤੁਸੀਂ ਮਨਾ ਕੇ ਸਮਝਾ ਕੇ ਆਪਣੇ ਕੇਅਰ ਗਿਵਰ ਨੂੰ, ਆਪਣੇ ਲਵਡ ਵਨ ਨੂੰ ਤੁਸੀਂ ਪ੍ਰੋਫੈਸ਼ਨਲ ਕੋਲ ਹੈਲਪ ਲਈ ਲੈ ਕੇ ਆਓ। ਫਰੋਮ ਦੇਅਰ ਔਨਵਰਡਸ ਯੂ ਪਲੇਸ ਦ ਟਰਸਟ ਇਨ ਦ ਡਾਕਟਰ, ਇਨ ਦ ਪ੍ਰੋਫੈਸ਼ਨਲ, ਔਰ ਉਹ ਪ੍ਰੋਪਰ ਟਰੀਟਮੈਂਟ ਫੋਲੋ ਕਰੋ। ਐਜ਼ ਅ ਸਿਟੀਜ਼ਨ ਸਾਨੂੰ ਵੀ ਅਲਰਟ ਰਹਿਣਾ ਚਾਹੀਦਾ ਉਸ ਚੀਜ਼ ਨੂੰ ਲੈ ਕੇ ਕਿ ਅਸੀਂ ਉਸ ਸਾਇੰਸ ਨੂੰ ਆਇਡੈਂਟੀਫਾਈ ਕਰੀਏ, ਕਿਉਂਕਿ ਅੱਜ ਕੱਲ੍ਹ ਦੀ ਫਾਸਟ ਪੇਸਡ ਲਾਈਫ ਵਿੱਚ ਘਰਾਂ ਵਿੱਚ ਵੀ ਆਪਸ 'ਚ ਗੱਲਬਾਤ ਨਹੀਂ ਹੁੰਦੀ। ਅਸੀਂ ਇੱਕ ਦੂਸਰੇ ਨੂੰ ਡਿਨਰ 'ਤੇ ਨਹੀਂ ਮਿਲਦੇ, ਅਸੀਂ ਇੱਕ ਦੂਸਰੇ ਨਾਲ ਖਾਣਾ ਇਕੱਠੇ ਬੈਠ ਕੇ ਨਹੀਂ ਖਾਂਦੇ। ਇਸ ਕਰਕੇ ਬਹੁਤ ਜ਼ਰੂਰੀ ਹੈ ਇਸ ਗੱਲ ਨੂੰ ਆਇਡੈਂਟੀਫਾਈ ਕਰਨਾ ਐਜ਼ ਅ ਕੇਅਰ ਗਿਵਰ, ਐਜ਼ ਅ ਲਵਡ ਵਨ, ਕਿ ਅਸੀਂ ਉਹ ਚੀਜ਼ ਨੂੰ ਲੱਭੀਏ ਅਤੇ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਉਸ ਚੀਜ਼ ਨੂੰ ਆਇਡੈਂਟੀਫਾਈ ਕਰਕੇ ਇੱਕ ਪ੍ਰੋਫੈਸ਼ਨਲ ਕੋਲੋਂ ਹੈਲਪ ਲਈਏ। ਡੈਫੀਨੇਟਲੀ ਇਹ ਤੁਸੀਂ ਸਮਰਾਈਜ਼ ਕਰਕੇ ਬਹੁਤ ਸਾਰੇ ਪੁਆਇੰਟਸ ਨੂੰ ਇੱਕ ਸਟੇਟਮੈਂਟ ਦੇ ਵਿੱਚ ਕਹਿ ਦਿੱਤਾ ਕਿ ਟੇਕ ਹੈਲਪ ਐਜ਼ ਅਰਲੀ ਐਜ਼ ਪੋਸੀਬਲ, ਡੂ ਨਾਟ ਡਿਲੇ, ਦਿਸ ਇਜ਼ ਦੀ ਫਰਸਟ ਸਟੈਪ ਯੂ ਸ਼ੁੱਡ ਟੇਕ। ਡਾਕਟਰ ਸਾਹਿਬ ਹੁਣ ਇਹ ਦੱਸੋ ਕਿ ਇੱਕ ਸਾਈਕਾਇਟਰਿਸਟ ਕੋਲ ਤਾਂ ਬੰਦਾ ਆ ਸਕਦਾ, ਚਲੋ ਠੀਕ ਹੈ, ਬਟ ਕਦੇ ਕਦੇ ਕਿਸੇ ਰਿਮੋਟ ਏਰੀਆ ਵਿੱਚ ਕੋਈ ਬੰਦਾ ਹੈਗਾ, ਉਹਨੂੰ ਕੋਈ ਪਰਸਨ ਹੈਗਾ, ਉਹਨੂੰ ਮੈਂਟਲੀ ਸਟੇਬਲ ਨਹੀਂ ਹੈ, ਉਹਨੂੰ ਦਿੱਕਤ ਮਹਿਸੂਸ ਹੋ ਰਹੀ ਹੈ, ਸਟੇਟ ਗੌਰਮੈਂਟ ਵਿੱਚ ਜਾਂ ਸੈਂਟਰ ਗੌਰਮੈਂਟ ਨੇ ਐਸਾ ਕੋਈ ਇਨਫਰਾਸਟਰਕਚਰ ਕ੍ਰੀਏਟ ਕੀਤਾ ਜਿਹਦੇ ਨਾਲ ਉਹ ਇੱਕ ਇਫੈਕਟਡ ਜਾ ਕੇ ਹੈਲਪ ਲੈ ਸਕਦਾ? ਡੈਫੀਨੇਟਲੀ ਅੱਜ ਕੱਲ੍ਹ ਹਰ ਚੀਜ਼ ਆਫਟਰ ਕੋਵਿਡ ਬਦਲ ਗਈ ਹੈ। ਟੈਲੀ ਸਾਈਕੈਟਰੀ, ਟੈਲੀ ਮੈਡੀਸਿਨ ਦਾ ਰੋਲ ਇਹਦੇ ਵਿੱਚ ਬਹੁਤ ਇੰਪੋਰਟੈਂਟ ਹੈ। ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ ਦੇ ਵੱਲੋਂ ਇੱਕ ਨੈਸ਼ਨਲ ਸੁਇਸਾਈਡ ਹੈਲਪਲਾਈਨ ਦਿੱਤੀ ਗਈ ਹੈ, ਜਿਸ ਨੂੰ ਤੁਸੀਂ ਨੈੱਟ 'ਤੇ ਸਰਚ ਕਰੋਗੇ ਯੂ ਵਿਲ ਫਾਈਂਡ ਦੀ ਨੰਬਰ। ਉੱਥੇ ਕਾਲ ਕਰਕੇ ਤੁਸੀਂ ਆਪਣਾ ਡਿਸਟ੍ਰੈਸ ਜੋ ਹੈ ਉਹ ਰਿਲੀਵ ਕਰ ਸਕਦੇ ਹੋ। ਇਨਫੈਕਟ ਨੈਸ਼ਨਲ ਸੁਇਸਾਈਡ ਹੈਲਪਲਾਈਨ ਦੇ ਇਲਾਵਾ ਵੀ ਬਹੁਤ ਸਾਰੀਆਂ ਹੋਰ ਆਰਗੇਨਾਈਜੇਸ਼ਨਸ ਨੇ ਜੋ ਕਿ ਪ੍ਰਾਈਵੇਟ ਵੀ ਨੇ ਔਰ NGOs ਵੀ ਨੇ, ਜਿਨ੍ਹਾਂ ਨੇ 24/7 ਸੁਇਸਾਈਡ ਹੈਲਪਲਾਈਨਸ ਲਾਂਚ ਕੀਤੀਆਂ ਹੋਈਆਂ ਨੇ ਜੋ ਫੰਕਸ਼ਨਲ ਨੇ, ਜਿਹਦੇ ਵਿੱਚ ਕੇਅਰ ਪ੍ਰੋਵਾਈਡਰਸ ਜੋ ਨੇ ਉਹ ਪ੍ਰੋਬਲਮ ਸੁਣਦੇ ਹੈ, ਐਡਰੈਸ ਕਰਦੇ ਆ, ਅੱਗੇ ਉਸ ਨੂੰ ਪ੍ਰੋਫੈਸ਼ਨਲ ਦੇ ਕੋਲ ਰੈਫਰ ਕਰਦੇ ਆ। ਸੁਇਸਾਈਡ ਨੂੰ ਪ੍ਰੀਵੈਂਟ ਕਰਨ ਦੇ ਲਈ ਨਵੰਬਰ 2022 ਦੇ ਵਿੱਚ ਨੈਸ਼ਨਲ ਸੁਇਸਾਈਡ ਪ੍ਰੀਵੈਂਸ਼ਨ ਸਟ੍ਰੈਟਜੀ ਲਾਂਚ ਹੋਈ ਸੀ, ਜਿਹਦੇ ਵਿੱਚ ਇਹ ਸਾਰੇ ਪੁਆਇੰਟਸ ਡਿਸਕਸ ਕੀਤੇ ਗਏ ਨੇ ਕਿ ਆਰਗੇਨਾਈਜੇਸ਼ਨਸ ਦੇ ਵਿੱਚ ਜਿਹੜੇ ਐਗਜ਼ਿਸਟਿੰਗ ਸਟਰਕਚਰਸ ਨੇ ਉਹਨਾਂ ਨੂੰ ਕਿਵੇਂ ਇਨਹੈਂਸ ਕੀਤਾ ਜਾ ਸਕਦਾ ਹੈ, ਸਟਰੈਂਥਨ ਕੀਤਾ ਜਾ ਸਕਦਾ ਹੈ, ਸੋ ਦੈਟ ਅਸੀਂ ਉਹਨਾਂ ਨੂੰ ਵੀ ਸਕਿੱਲਸ ਇੰਪਾਵਰ ਕਰੀਏ ਤਾਂ ਕਿ ਉਹ ਬੱਚਿਆਂ ਨੂੰ ਜਲਦੀ ਤੋਂ ਜਲਦੀ ਆਈਡੈਂਟੀਫਾਈ ਕਰਨ, ਉਹ ਸਾਇੰਸ ਦੇ ਲਈ ਉਹਨਾਂ ਨੂੰ ਪ੍ਰੋਫੈਸ਼ਨਲ ਹੈਲਪ ਦੇਣ। ਜੋ ਫਰਸਟ ਏਡ ਹੈ ਸੁਇਸਾਈਡਰ ਜੋ ਪਰਸਨ ਹੈ ਉਹਦੇ ਲਈ, ਦੈਟ ਕੈਨ ਬੀ ਐਡਰੈਸਡ ਥਰੂ ਕਾਲਸ ਫਰੋਮ ਰਿਮੋਟ ਏਰੀਆਜ਼। ਉਸ ਤੋਂ ਬਾਅਦ ਉਹਨਾਂ ਦਾ ਟਰੀਟਮੈਂਟ ਐਮਰਜੈਂਸੀ ਦੇ ਵਿੱਚ ਪ੍ਰੋਫੈਸ਼ਨਲ ਦੇ ਕੋਲ, ਸਾਈਕਾਇਟਰਿਸਟ ਦੇ ਕੋਲ ਹੀ ਹੋਣਾ ਚਾਹੀਦਾ ਹੈ, ਕਿਉਂਕਿ ਜੋ ਉਹ ਸਿਚੁਏਸ਼ਨ ਤੇ ਪਹੁੰਚ ਗਿਆ ਡੈਫੀਨਿਟਲੀ ਦੈਟ ਪਰਸਨ ਨੀਡਸ ਹੈਲਪ ਆਫ ਅ ਸਾਈਕਾਇਟਰਿਸਟ। ਡੈਫੀਨਿਟਲੀ। ਹੁਣ ਸਾਰੀ ਅਸੀਂ ਗੱਲ ਕਰ ਲਈ, ਐਂਡ ਵਿੱਚ ਇੱਕ ਇਹੀ ਗੱਲ ਰਹਿ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਐਗਜ਼ਾਮਸ ਹੋਣਗੇ, ਆਉਣ ਵਾਲੇ ਸਮੇਂ ਵਿੱਚ ਵੀ ਬੱਚਿਆਂ 'ਤੇ ਪ੍ਰੈਸ਼ਰ ਆਏਗਾ। ਹੁਣ ਨਹੀਂ, ਸਾਲ 2 ਸਾਲ ਬਾਅਦ 3 ਸਾਲ ਬਾਅਦ ਬੱਚਿਆਂ ਨੇ 11th 12th ਆਪਣੇ ਐਂਟਰੈਂਸ ਐਗਜ਼ਾਮ ਇੰਜੀਨੀਅਰਿੰਗ ਦੇ, ਮੈਡੀਕਲ ਦੇ ਦੇਣੇ। ਉਹਨਾਂ ਐਸਪਾਇਰਿੰਗ ਬੱਚਿਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਅਗਰ ਤੁਸੀਂ ਇੱਦਾਂ ਕੁਝ ਕਦੇ ਮਹਿਸੂਸ ਕਰੋ, ਤੁਹਾਨੂੰ ਕੁਛ ਇੱਦਾਂ ਲੱਗੇ ਤੁਸੀਂ ਉਹ ਪ੍ਰੈਸ਼ਰ ਆਪਣੇ ਦਿਮਾਗ 'ਤੇ ਜਿਹੜਾ ਪ੍ਰੈਸ਼ਰ ਹੈ ਉਹਨੂੰ ਝੇਲ ਨਹੀਂ ਪਾ ਰਹੇ, ਉਹਨੂੰ ਤੁਸੀਂ ਕੀ ਟੈਕਲ ਕਰੋ? ਸਾਡੇ ਵਿਊਜ਼ ਲਈ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਸਟੂਡੈਂਟਸ ਲਈ ਤਾਂ ਮੇਰਾ ਮੈਸੇਜ ਇਹ ਹੈ ਕਿ ਐਗਜ਼ਾਮਸ ਆਰ ਅ ਪਾਰਟ ਆਫ ਲਾਈਫ, they are not the end of life. The result that comes out of the exams ਉਹ ਤੁਹਾਡੀ ਇੰਡੀਵਿਜੂਅਲਿਟੀ ਨੂੰ ਨਹੀਂ ਡਿਫਾਈਨ ਕਰਦਾ, ਉਹ ਸਿਰਫ ਇੱਕ ਐਗਜ਼ਾਮ ਦਾ ਰਿਜ਼ਲਟ ਹੈ। ਉਸ ਤੋਂ ਬਾਅਦ ਵੀ ਲਾਈਫ ਚੱਲਦੀ ਰਹਿੰਦੀ ਹੈ। ਸੋ ਜੇ ਕਿਸੇ ਐਗਜ਼ਾਮ ਦੇ ਵਿੱਚ ਪਰਫਾਰਮੈਂਸ ਨਹੀਂ ਵੀ ਠੀਕ ਆਉਂਦੀ ਤਾਂ ਹੋਰ ਰਸਤੇ ਨਿਕਲ ਆਉਣਗੇ। ਵੀ ਹੈਵ ਟੂ ਬੀ ਸਟਰੋਂਗ ਐਂਡ ਵੀ ਹੈਵ ਟੂ ਫਾਈਂਡ ਨਿਊ ਵੇਜ਼। ਆਲਸੋ ਆਈ ਥਿੰਕ ਇੱਕ ਮੈਸੇਜ ਮੈਂ ਪੇਰੈਂਟਸ ਲਈ ਵੀ ਦੇਣਾ ਚਾਹੁੰਦੀ ਹਾਂ, ਜਿਨ੍ਹਾਂ ਦੇ ਬੱਚੇ ਐਗਜ਼ਾਮਸ ਫੇਸ ਕਰ ਰਹੇ ਹੈ,
ਉਹਨਾਂ ਦੇ ਲਈ ਨਹੀਂ ਬਟ ਓਵਰਆਲ ਫॉर ਪੇਰੈਂਟਸ, ਕਦੇ-ਕਦੇ ਆਪਣੇ ਬੱਚੇ ਨੂੰ ਫੇਲ ਹੋਣ ਦਾ ਮੌਕਾ ਵੀ ਦਿਓ। Let them fail in small exams, in class exams, or let them know what failure feels like. ਜੇ ਅਸੀਂ ਬੱਚਿਆਂ ਨੂੰ ਬਹੁਤ ਪ੍ਰੋਟੈਕਟ ਕਰਕੇ ਰੱਖਦੇ ਆ, ਉਹਨਾਂ ਨੂੰ ਕਦੀ ਫਰਸਟ੍ਰੇਟ ਹੋਣ ਦਾ ਮੌਕਾ ਨਹੀਂ ਦਿੰਦੇ, ਇਰੀਟੇਟ ਹੋਣ ਦਾ ਮੌਕਾ ਨਹੀਂ ਦਿੰਦੇ, ਫਿਰ ਉਹਨਾਂ ਫੀਲਿੰਗਸ ਨੂੰ ਡੀਲ ਕਰਨ ਦੇ ਉਹਨਾਂ ਨੂੰ ਕੋਪਿੰਗ ਸਕਿੱਲਸ ਜਾਂ ਉਹਨਾਂ ਨੂੰ ਤਰੀਕੇ ਨਹੀਂ ਅਸੀਂ ਸਿਖਾਉਂਦੇ। ਜਦੋਂ ਕਿਸੇ ਦਿਨ ਬੱਚਾ ਫੇਲ ਹੋ ਕੇ ਆਉਂਦਾ ਹੈ, ਉਸ ਤੋਂ ਬਾਅਦ ਹੀ ਅਸੀਂ ਉਹਨੂੰ ਸਿਖਾ ਸਕਦੇ ਹਾਂ ਕਿ ਇਟ ਇਜ਼ ਓਕੇ ਟੂ ਫੇਲ, ਇਟ ਇਜ਼ ਓਕੇ ਐਂਡ ਆਈਡੈਂਟੀਫਾਈ ਕਿ ਕਿਉਂ ਫੇਲ ਹੋਏ ਸੀਗੇ, ਕਿਹੜੀਆਂ ਪ੍ਰੋਬਲਮਸ ਆਈਆਂ, ਉਹਨਾਂ ਨੂੰ ਦੁਬਾਰਾ ਬੈਠ ਕੇ ਪੜ੍ਹੋ, ਫਿਰ ਦੁਬਾਰਾ ਆਪਣਾ ਪੇਪਰ ਦਿਓ। ਇਸ ਲਈ ਬਹੁਤ ਜ਼ਰੂਰੀ ਹੈ ਕਿ ਛੋਟੇ ਹੁੰਦੇ ਤੋਂ ਅਸੀਂ ਬੱਚਿਆਂ ਨੂੰ ਛੋਟੇ-ਛੋਟੇ ਚੈਲੰਜਿੰਗ ਐਨਵਾਇਰਨਮੈਂਟਸ ਦੇ ਵਿੱਚ ਪਾਈਏ। ਸਭ ਕੁਝ ਉਹਨਾਂ ਲਈ 100% ਕੰਫਰਟੇਬਲ ਕਰਨ ਦੀ ਬਜਾਏ ਉਹਨਾਂ ਨੂੰ ਫਰਸਟ੍ਰੇਟ ਹੋ ਕੇ ਆਪਣੇ ਰਸਤੇ ਨਿਕਾਲਣ ਦਾ ਮੌਕਾ ਦਈਏ। ਆਉਣ ਵਾਲਾ ਟਾਈਮ ਕਿਸੇ ਨੇ ਨਹੀਂ ਦੇਖਿਆ ਕਿ ਪ੍ਰੋਬਲਮਸ ਕਿਸ ਤਰੀਕੇ ਦੀਆਂ ਆਉਣੀਆਂ, ਐਗਜ਼ਾਮ ਸਟਰਕਚਰਸ ਕਿਸ ਤਰ੍ਹਾਂ ਦੇ ਹੋਣਗੇ। ਟੈਕਨੋਲੋਜੀ ਦੇ ਐਡਵੈਂਟ ਤੋਂ ਬਾਅਦ ਯੂ ਡੋਂਟ ਨੋ ਕਿ ਰਿਟਨ ਐਗਜ਼ਾਮਸ ਕਦੋਂ ਹੋਣਗੇ, ਕਿਸ ਤਰ੍ਹਾਂ ਹੋਣਗੇ ਫॉर ਹਾਇਰ ਕਲਾਸਿਸ, ਬਟ ਵਾਟ ਇਜ਼ ਇੰਪੋਰਟੈਂਟ ਇਜ਼ ਟੂ ਲਰਨ ਕ੍ਰਿਟੀਕਲ ਥਿੰਕਿੰਗ, ਲੌਜੀਕਲ ਰੀਜ਼ਨਿੰਗ, ਇਮੋਸ਼ਨਲ ਰੈਜ਼ਿਲੀਐਂਸ। ਮਤਲਬ ਅਗਰ ਕਦੀ ਫਰਸਟ੍ਰੇਟ ਹੋ ਗਏ ਤਾਂ ਉਹਨੂੰ ਹੈਂਡਲ ਕਿਵੇਂ ਕਰਨਾ ਹੈ, that is the core importance and the need of the hour. Mental health is the top priority from my side at the moment. ਇਹਦੀ ਐਜੂਕੇਸ਼ਨ ਔਰ ਇਹਦੀ ਸਕਿੱਲ ਬਿਲਡਿੰਗ ਛੋਟੀਆਂ ਕਲਾਸਿਸ ਤੋਂ ਹੀ ਸ਼ੁਰੂ ਹੋ ਜਾਣੀ ਚਾਹੀਦੀ ਹੈ। ਬਹੁਤ ਵਧੀਆ ਗੱਲ ਕਹੀ ਡਾਕਟਰ ਮੈਮ ਨੇ ਕਿ ਬੱਚਿਆਂ ਨੂੰ ਫੇਲ ਹੋਣ ਦਾ ਮੌਕਾ ਦੇਣਾ ਚਾਹੀਦਾ, ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਇੱਕ ਫੇਲੀਅਰ ਕੀ ਹੁੰਦਾ ਹੈ, ਫਰਸਟ੍ਰੇਸ਼ਨ ਉਹਨਾਂ ਨੂੰ ਮਹਿਸੂਸ ਹੋਣੀ ਚਾਹੀਦੀ ਹੈ ਤਾਂ ਕਿ ਯੰਗ ਏਜ ਦੀ ਫਰਸਟ੍ਰੇਸ਼ਨ ਅਗਰ ਉਹਨਾਂ ਨੇ ਝੇਲ ਲਈ ਤਾਂ ਜਿਹੜੀ ਉਹਨਾਂ ਨੇ ਆਪਣੀ ਅਡਲਟ ਲਾਈਫ ਵਿੱਚ, ਭਾਵੇਂ ਉਹਨਾਂ ਦੀ ਲਵ ਲਾਈਫ ਹੋਵੇ, ਭਾਵੇਂ ਉਹਨਾਂ ਦੇ ਕਰੀਅਰ ਦੇ ਰਿਜੈਕਸ਼ਨਸ, ਉਹਨਾਂ ਨੇ ਜਿਹੜੀ ਉਹ ਫਰਸਟ੍ਰੇਸ਼ਨ ਝੇਲਣੀ ਹੈ ਉਹਦੇ ਲਈ ਉਹਨਾਂ ਨੂੰ ਹੈਲਪ ਮਿਲ ਸਕੇ। ਅਸੀਂ ਡਾਕਟਰ ਪ੍ਰਿਯੰਕਾ ਕਾਲੜਾ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਸਾਡੇ ਲਈ ਦਿੱਤਾ। ਬਹੁਤ ਬਹੁਤ ਧੰਨਵਾਦ ਮੈਮ ਤੁਹਾਡਾ। ਥੈਂਕ ਯੂ ਸੋ ਮਚ ਮੈਨੂੰ ਇਨਵਾਈਟ ਕਰਨ ਲਈ, ਇਸ ਟੌਪਿਕ ਤੇ ਡਿਸਕਸ਼ਨ ਕਰਨ ਲਈ। ਔਰ ਮੇਰੇ ਵੱਲੋਂ ਇਹੀ ਮੈਸੇਜ ਹੈ ਕਿ ਜੇ ਤੁਹਾਡਾ ਕਦੇ ਕੋਈ ਲਵਡ ਵਨ ਪਰੇਸ਼ਾਨ ਹੈ ਤਾਂ ਹੈਜ਼ਿਟੇਟ ਨਾ ਕਰੋ, ਹੈਲਪ ਸੀਕ ਕਰੋ, ਹੈਲਪ ਇਜ਼ ਆਲਵੇਜ਼ ਦੇਅਰ। ਅਗਰ ਤੁਹਾਨੂੰ ਕਦੇ ਮਹਿਸੂਸ ਹੋਵੇ ਤੁਹਾਨੂੰ ਹੈਲਪ ਦੀ ਲੋੜ ਹੈ, ਤੁਹਾਨੂੰ ਗੱਲ ਕਰਨ ਲਈ ਕੋਈ ਨਹੀਂ ਹੈਗਾ, ਇਹ ਤੁਹਾਡਾ ਸੋਚਣਾ ਬਿਲਕੁਲ ਗਲਤ ਹੈ। ਕੋਈ ਨਾ ਕੋਈ ਤੁਹਾਡਾ ਫਰੈਂਡ, ਤੁਹਾਡਾ ਦੋਸਤ, ਤੁਹਾਡਾ ਰਿਲੇਟਿਵ ਤੁਹਾਡੇ ਨਾਲ ਹੈ, ਉਹਨਾਂ ਨੂੰ ਕਾਲ ਕਰੋ, ਉਹਨਾਂ ਨੂੰ ਟੈਕਸਟ ਕਰੋ। ਇਸ ਤੋਂ ਮੁਸ਼ਕਿਲ ਚੀਜ਼ ਦੁਨੀਆ 'ਚ ਕੋਈ ਨਹੀਂ ਹੋ ਸਕਦੀ, ਕਿਸੇ ਨੂੰ ਦੱਸਣਾ ਕਿ ਮੈਨੂੰ ਮੈਂਟਲ ਪ੍ਰੋਬਲਮ ਹੈ, ਪਰ ਇਸ ਤੋਂ ਕਰੇਜੀਅਸ ਚੀਜ਼ ਵੀ ਕੋਈ ਨਹੀਂ ਹੈਗੀ। ਇਸ ਨੋਟ 'ਤੇ ਸਾਨੂੰ ਦਿਓ ਇਜਾਜ਼ਤ, ਜੁੜੇ ਰਹੋ ਲੁਧਿਆਣਾ ਲਾਈਵ ਨਿਊਜ਼ ਦੇ ਨਾਲ।